ਹੁਣ ਹਿੰਦੂ ਸੱਜਣ फिर सिंह जी ਨੂੰ मुखातिब करदियां आखन लगे, अरे हमने तो सुना है कि आपके ये पूजे ग्रंथों में गुरु साहिबान ने गुरु के सिखों को ब्राह्मण आदि महान उच्चतम लोगों की सेवा करने और उनको दान देने का हुक्म दिया है। आप ये बात कैसे समझाओगे? ਸਿੰਘ ਜੀ ਨੇ ਜਵਾਬ ਦਿੱਤਾ, ਲਓ ਅਸੀਂ ਤੁਹਾਨੂੰ ਕੁਝ ਸਵਈਏ ਸੁਣਾਉਂਦੇ ਹਾਂ ਜਿਹੜੇ ਸਵਈਏ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਰਚਿਤ ਕਹੇ ਜਾਂਦੇ ਨੇ। ਇਹਨਾਂ ਵਿੱਚੋਂ ਇੱਕ ਸਵਈਆ, ਜੋ ਕਿਛ ਲੇਖ ਲਿਖਿਓ ਬਿਧਨਾ ਸੋਈ ਪਾਇਤ ਮਿਸ਼ਰ ਜੀ ਸ਼ੋਕ ਨਿਵਾਰੋ। ਇਸ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਸ ਵੇਲੇ ਕੇਸ਼ੋ ਨਾਮਕ ਪੰਡਿਤ ਨੂੰ, ਬ੍ਰਾਹਮਣ ਨੂੰ ਮੁਖਾਤਬ ਕਰਦਿਆਂ ਕਹਿ ਰਹੇ ਨੇ। ਉਸੇ ਤੇ ਅਖੀਰ ਵਿੱਚ ਅੱਗੇ ਜਾ ਕੇ ਲਿਖਿਆ ਹੈ, ਚਟਪਟਾਏ ਚਿਤ ਮੈਂ ਜਰਿਓ ਤ੍ਰਿਣ ਜਿਉ ਕ੍ਰੁੱਧਤ ਹੋਏ ਖੋਜ ਰੋਜ ਕੇ ਹੇਤ ਲਗ ਦਇਓ ਮਿਸ਼ਰ ਜੂ ਰੋਏ। ਭਾਵ ਗੁਰੂ ਜੀ ਨੇ ਜੋ ਰੋਜ਼ ਵਾਸਤੇ ਆਪਣੇ ਸਿੱਖਾਂ ਨੂੰ ਇੱਕ ਨਵੀਂ ਗੱਲ ਸਮਝਾ ਦਿੱਤੀ ਕਿ ਬ੍ਰਾਹਮਣਾਂ ਨੂੰ ਦਾਨ ਨਾ ਦਿੱਤਾ ਜਾਵੇ ਤੇ ਗੁਰੂ ਦੇ ਸਿੱਖਾਂ ਨੂੰ ਹੀ ਪੂਰਨ ਅਧਿਕਾਰੀ ਸਮਝਿਆ ਜਾਵੇ। ਇਸ ਗੱਲ ਤੋਂ ਬ੍ਰਾਹਮਣ ਬੜਾ ਦੁਖੀ ਹੋਇਆ। ਜਿਵੇਂ ਅਸੀਂ ਪੰਜਾਬੀ ਵਿੱਚ ਕਹਿੰਦੇ ਆ ਕਿ ਬੜੀਆਂ ਮਿਰਚਾਂ ਲੱਗੀਆਂ ਔਰ ਰੋਣ ਲੱਗ ਪਿਆ। ਹੁਣ ਤੁਸੀਂ ਆਪ ਹੀ ਵਿਚਾਰ ਕੇ ਦੱਸੋ ਕਿ ਜੇ ਬ੍ਰਾਹਮਣਾਂ ਦੇ ਹੱਕ ਵਿੱਚ ਗੁਰੂ ਦਾ ਹੁਕਮ ਹੁੰਦਾ ਤਾਂ ਬ੍ਰਾਹਮਣ ਰੋਂਦਾ ਜਾਂ ਹੱਸਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਵੀ ਸਤਿਗੁਰੂ ਜੀ ਨੇ ਹੁਕਮ ਕੀਤਾ, ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੈ। ਭਾਵ ਗੁਰੂ ਕੇ ਸਿੱਖਾਂ ਵਿੱਚ ਹੀ ਸਤਿਗੁਰੂ ਵਿਰਾਜਮਾਨ ਹੈ। ਗੁਰੂ ਕੇ ਸਿੱਖਾਂ ਦੀ ਸੇਵਾ ਹੀ ਗੁਰੂ ਦੀ ਸੇਵਾ ਹੈ। ਇਸ ਲਈ ਜਿਹੜਾ ਗੁਰੂ ਕੇ ਸਿੱਖਾਂ ਦੀ ਸੇਵਾ ਕਰਦਾ ਹੈ ਪ੍ਰੇਮ ਨਾਲ, ਉਸ ਉੱਤੇ ਗੁਰੂ ਦੀ ਖੁਸ਼ੀ ਹੁੰਦੀ ਹੈ। ਸਤਿਗੁਰੂ ਜੀ ਨੇ ਇਸ ਤਰ੍ਹਾਂ ਵੀ ਫਰਮਾਨ ਕੀਤਾ, ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਜਲ ਨਾਏ ਸਤਿਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ। ਭਾਵ ਜਿਹੜਾ ਵੀ ਸਿੱਖ ਕਿਸੇ ਦੂਸਰੇ ਸਿੱਖ ਨੂੰ ਪ੍ਰਸ਼ਾਦਾ ਛਕਾਉਂਦਾ ਹੈ, ਸੇਵਾ ਕਰਦਾ ਹੈ, ਗੁਰੂ ਖੁਸ਼ ਹੁੰਦਾ ਹੈ ਉਸ ਸਿੱਖ ਉੱਤੇ। ਫਿਰ ਇਹਨਾਂ ਸਭ ਭਾਵਨਾਵਾਂ ਦੀ ਤਾਈਦ, ਭਾਵ ਇਹਨਾਂ ਸਭ ਭਾਵਨਾਵਾਂ ਨੂੰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੁਬਾਰਾ ਰੀਐਂਫੇਸਾਈਜ਼ ਕਰਦੇ ਨੇ। ਜੋ ਸਤਿਗੁਰੂ ਜੀ ਦੇ ਹਜ਼ੂਰੀਏ ਸਨ ਭਾਈ ਮਨੀ ਸਿੰਘ ਜੀ, ਉਹ ਲਿਖਦੇ ਨੇ ਭਗਤ ਰਤਨਾਵਲੀ ਵਿੱਚ, ਬ੍ਰਾਹਮਣ ਵੇਦ ਪਾਠ ਅਤੇ ਦੇਹ ਅਭਿਮਾਨੀ ਕਰਮਕਾਂਡੀ ਸਨ। 10ਵੇਂ ਪਾਤਸ਼ਾਹ ਜੀ ਨੇ ਖਾਲਸੇ ਨੂੰ ਵਡਿਆਈ ਤੇ ਗੁਰਿਆਈ ਬਖਸ਼ੀ ਤਾਂ ਬ੍ਰਾਹਮਣ ਬਹੁਤ ਰੋਏ। ਅੱਛਾ, हिंदू सज्जन ये गल सुन के आखन लगे, अरे अगर ये समझते हो कि ब्राह्मण के बारे में गुरुवाणी में ऐसे लिखा है तो सुखमनी साहिब में तो ब्राह्मण लोगों को नमस्कार करनी बाकायदा ये गुरु का हुक्म है। इसलिए आप ये समझो, गुरु जी ने ये कहा था गौड़ी सुखमनी महल्ला 5वां में, सो पंडित जो मन प्रबुद्ध है राम नाम आत्म में शुद्ध है। फिर वेद पुराण सिमृत बूझै मूल सूखम में जाने अस्थूल। फिर चौवर्णा को दे उपदेश नानक उस पंडित को सदा आदेश। ਸਿੰਘ ਜੀ ਜਵਾਬ ਦਿੰਦਿਆਂ ਕਹਿਣ ਲੱਗੇ, ਪਿਆਰਿਓ ਤੁਸੀਂ ਤੇ ਬਹੁਤ ਸੂਝਵਾਨ ਲੱਗਦੇ ਹੋ, ਪਰ ਅਫਸੋਸ ਹੈ ਕਿ ਤੁਸੀਂ ਗੁਰਬਾਣੀ ਨੂੰ ਆਪਣੀ ਮਰਜ਼ੀ ਮੁਤਾਬਕ ਤੋੜ ਮਰੋੜ ਕੇ ਅਰਥ ਦੱਸਣ ਦੀ ਵਿਸ਼ੇਸ਼ਤਾ ਰੱਖਦੇ ਹੋ। ਭਾਵ ਤਾਂ ਇਹਨਾਂ ਦਾ ਕੁਝ ਹੋਰ ਹੈ। ਲਓ ਧਿਆਨ ਨਾਲ ਸੁਣੋ।
ਗੁਰੂ ਜੀ ਕੀ ਕਹਿ ਰਹੇ ਨੇ? ਪੰਡਿਤ ਉਹ ਹੈ ਜੋ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਉਪਦੇਸ਼ ਦਿੰਦਾ ਹੈ ਕਿ ਸਰਬ ਵਿਆਪੀ ਵਾਹਿਗੁਰੂ ਸਾਰਿਆਂ ਦੇ ਵਿੱਚ ਵਿਰਾਜਮਾਨ ਹੈ, ਅਤੇ ਪੰਡਿਤ ਉਹ ਹੈ ਜੋ ਇਸ ਗੱਲ ਨੂੰ ਮਨ ਵਿੱਚ ਵਿਚਾਰਦਾ ਹੈ ਤੇ ਵੇਦ ਪੁਰਾਣ ਸਿਮਰਤੀ ਆਦਿਕਾਂ ਦੇ ਅਸਲੀਅਤ ਨੂੰ ਸਮਝਦਾ ਹੈ ਤੇ ਇਹ ਵੀ ਜਾਣਦਾ ਹੈ ਕਿ ਇਹ ਸਾਰਾ ਕੁਝ ਪ੍ਰਪੰਚ ਹੈ ਅਤੇ ਸਾਰਾ ਜਗਤ ਵਾਹਿਗੁਰੂ ਤੋਂ ਹੋਇਆ ਹੈ। ਚੌਂ ਵਰਨਾਂ ਨੂੰ ਇੱਕ ਪਿਤਾ ਦੇ ਪੁੱਤਰ ਮੰਨ ਕੇ ਭਾਈਆਂ ਦੀ ਤਰ੍ਹਾਂ ਪਿਆਰ ਕਰਦਾ ਹੈ ਤੇ ਸੱਚਾ ਉਪਦੇਸ਼ ਦਿੰਦਾ ਹੈ। ਹੁਣ ਐਸੇ ਵਿਅਕਤੀ ਨੂੰ ਗੁਰੂ ਜੀ ਆਖਦੇ ਨੇ ਕਿ ਐਸਾ ਵਿਅਕਤੀ ਨਮਸਕਾਰ ਕਰਨ ਯੋਗ ਹੈ, ਪਰ ਜ਼ਰੂਰੀ ਨਹੀਂ ਕਿ ਉਹ ਪੰਡਿਤ ਜਾਂ ਬ੍ਰਾਹਮਣ ਕੁਲ ਵਿੱਚ ਪੈਦਾ ਹੋਇਆ ਵਿਅਕਤੀ ਹੀ ਹੋਵੇ। ਹੁਣ ਧਿਆਨ ਕਰੋ, ਤੁਹਾਡੇ ਮੁਤਾਬਕ ਤੇ ਬ੍ਰਾਹਮਣ ਉਹ ਹੈ ਜਿਹੜਾ ਮਨੂ ਅਤੇ ਵਿਸ਼ਿਸ਼ਟ ਆਦਿਕ ਆਪਣੇ ਸਿਮਰਤੀਆਂ ਵਿੱਚ ਲਿਖਦੇ ਨੇ ਕਿ ਬ੍ਰਾਹਮਣ ਉਹ ਹੈ ਜਿਹੜਾ ਸ਼ੂਦਰ ਨੂੰ ਨੀਵਾਂ ਜਾਣ ਕੇ ਨਫ਼ਰਤ ਕਰੇ ਔਰ ਉਪਦੇਸ਼ ਨਾ ਦੇਵੇ। ਜਿਨ੍ਹਾਂ ਜ਼ਾਤ ਅਭਿਮਾਨੀਆਂ ਨੂੰ ਤੁਸੀਂ ਪੰਡਿਤ ਕਹਿੰਦੇ ਹੋ, ਉਹਨਾਂ ਦੇ ਬਾਰੇ ਵਿੱਚ ਤਾਂ ਗੁਰੂ ਸਾਹਿਬਾਨ ਨੇ ਇਹ ਬਚਨ ਲਿਖੇ ਨੇ। ਧਿਆਨ ਨਾਲ ਸੁਣਿਓ। ਸਤਿਗੁਰੂ ਆਖਦੇ ਨੇ, ਪੰਡਿਤ ਭੂਲੇ ਦੂਜੇ ਲਾਗੇ ਮਾਇਆ ਕੈ ਵਪਾਰ, ਅੰਤਰ ਤ੍ਰਿਸ਼ਨਾ ਭੁੱਖ ਹੈ ਮੂਰਖ ਭੁੱਖਿਆਂ ਮੂਏ ਗਵਾਰ। ਵਾਰ ਸੋਰਠ ਮਹੱਲਾ ਤੀਜਾ। ਅਥਵਾ ਪੰਡਿਤ ਵਾਚੈ ਪੋਥੀਆਂ ਨਾ ਬੂਝੈ ਵਿਚਾਰ, ਅਨ ਕਉ ਮਤੀ ਦੇ ਚੱਲੈ ਮਾਇਆ ਕਾ ਵਪਾਰ। ਸ੍ਰੀ ਰਾਗ ਮਹੱਲਾ ਪਹਿਲਾ। ਫਿਰ ਸ੍ਰੀ ਗੁਰੂ ਅਮਰਦਾਸ ਜੀ ਇੱਕ ਥਾਂ ਤੇ ਹੋਰ ਫਰਮਾਨ ਕਰਦੇ ਨੇ, ਲੋਭੀ ਅਣਕਉ ਸੇਵੰਦੇ ਪੜ ਵੇਦਾਂ ਕਰੈ ਪੁਕਾਰ, ਵਿਖਿਆ ਅੰਦਰ ਪਚ ਮੂਏ ਨਾ ਉਰਵਾਰ ਨਾ ਪਾਰ, ਮਾਇਆ ਮੋਹ ਵਿਸਾਰਿਆ ਜਗਤ ਪਿਤਾ ਪ੍ਰਤਪਾਲ। ਹੇ ਭਾਈ, ਐਸੇ ਬ੍ਰਾਹਮਣ ਨੂੰ ਤਾਂ ਜਿਸ ਦਾ ਇੱਥੇ ਵੀ ਤੇ ਰੱਬੀ ਦਰਗਾਹ ਤੇ ਵੀ ਪਾਜ ਉਗੜ ਆਉਣਾ। ਗੁਰੂ ਜੀ ਫਰਮਾਉਂਦੇ ਨੇ, ਪੰਡਿਤ ਆਖਾਏ ਬਹੁਤੀ ਰਾਹੀਂ, ਕੋਰੜ ਮੋਠ ਜਿਨੇਹਾ, ਅੰਦਰ ਮੋਹ ਨਿਤ ਭਰਮ ਵਿਆਪਿਆ, ਤਿਸ਼ਟਿਸ਼ ਨਾਹੀਂ ਦੇਹਾ, ਕੂੜੀ ਆਵੈ ਕੂੜੀ ਜਾਵੈ ਮਾਇਆ ਕੀ ਨਿਤ ਜੋਹਾ, ਸੱਚ ਕਹੈ ਤਾਂ ਛੋਹੋ ਆਵੈ ਅੰਤਰ ਬਹੁਤਾ ਰੋਹਾ, ਵਿਆਪਿਆ ਦੁਰਮਤ ਕੁਬੁੱਧ ਕਮੂੜਾ, ਮਨ ਲੱਗਾ ਤਿਸ ਮੋਹਾ, ਠੱਗੈ ਸੇਤੀ ਠੱਗ ਰਲ ਆਇਆ ਸਾਥ ਭੇ ਇੱਕੋ ਜਿਹਾ, ਸਤਿਗੁਰ ਸਰਾਫ ਨਦਰੀ ਵਿਚਦੋਂ ਕੱਢੈ ਤਾਂ ਉਘੜ ਆਇਆ ਲੋਹਾ। ਮੇਰਾ ਖਿਆਲ ਹੈ ਹੁਣ ਤੇ ਤੁਹਾਨੂੰ ਸਮਝ ਆ ਗਈ ਹੋਵੇਗੀ ਕਿ ਗੁਰੂ ਜੀ ਜਨਮ ਤੋਂ ਬ੍ਰਾਹਮਣ ਜਾਂ ਜ਼ਾਤ ਅਭਿਮਾਨੀ ਬ੍ਰਾਹਮਣ ਦੇ ਬਾਰੇ ਵਿੱਚ ਕੀ ਵਿਚਾਰ ਰੱਖਦੇ ਨੇ।